ਆਦ ਕੀਆਂ ਕਥਾ ਕਹਾਣੀਆਂ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ, ਘਰ ਨੌ ਨਿਦ ਆਵੈ ਧਾਏ। ਕਾਬਿਲ ਅਦਬ ਪਰਮ ਸਨਮਾਨਯੋਗ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਸਦਕਾ ਜੋ ਆਪਾਂ ਗੁਰਬਾਣੀ ਔਰ ਇਤਿਹਾਸਕ ਦਿਹਾੜਿਆਂ ਦੀ ਵਿਚਾਰ ਕਰਦੇ ਹਾਂ। ਅੱਜ ਆਪਾਂ ਜਿੱਥੇ 7ਵੇਂ ਗੁਰਦੇਵ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਬਾਬਤ ਔਰ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾ ਗੱਦੀ ਤੇ ਸੁਭਾਇਮਾਨ ਹੋਣ ਦੇ ਸੰਬੰਧ ਵਿੱਚ ਬਚਨ ਆਪਾਂ ਇਤਿਹਾਸ ਸਾਂਝਾ ਕਰਨਾ ਹੈ। ਤੋ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ 7ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਔਰ 8ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾ ਗੱਦੀ ਤੇ ਸੁਭਾਇਮਾਨ ਹੋਣ ਦੀ ਬਾਤ ਕਰਾਂਗੇ ਤਾਂ ਸੁਭਾਵਕ ਸਾਡੀ ਸੁਰਤ ਜਿਹੜੀ ਹੈ ਉਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਾਏਗੀ, ਕਿਉਂਕਿ ਇਹ ਦੋਨੋਂ ਹੀ ਇਤਿਹਾਸ ਦੇ ਪੰਨੇ ਜਿਹੜੇ ਨੇ ਉਹ ਕੀਰਤਪੁਰ ਸਾਹਿਬ ਦੀ ਉਸ ਧਰਤ ਦੇ ਨਾਲ ਜੁੜੇ ਹੋਏ ਆ। ਕੀਰਤਪੁਰ ਸਾਹਿਬ ਦੀ ਉਹ ਨਗਰੀ ਜਿਸ ਨੂੰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਵਸਾਇਆ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੋਂ ਵਰਸਾਈ ਹੋਈ, ਕਿਉਂਕਿ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਧਰਤ ਤੇ ਚਰਨ ਪਾਏ ਔਰ ਉਸ ਧਰਤ ਨੂੰ ਵਰਸਾਇਆ। ਪੀਰ ਬੁੱਢਣ ਸ਼ਾਹ ਜੀ ਹੁਣਾਂ ਨੂੰ ਮਹਾਰਾਜ ਜੀ ਨੇ ਉੱਥੇ ਬਖਸ਼ਿਸ਼ਾਂ ਕੀਤੀਆਂ। ਬਾਅਦ ਵਿੱਚ ਫਿਰ ਉੱਥੇ 6ਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਦੇ ਹੁਕਮ ਅਨੁਸਾਰ ਬਾਬਾ ਗੁਰਦਿੱਤਾ ਜੀ ਹੁਣਾਂ ਨੇ ਇਸ ਨਗਰ ਦੀ ਮੋਹੜੀ ਗੱਡੀ ਤੇ ਇੱਥੇ ਨਗਰ ਵਸਾਇਆ। ਦੋ ਸ਼ਬਦ ਹੁੰਦੇ ਆ, ਇੱਕ ਵਰਸਾਇਆ ਇੱਕ ਵਸਾਇਆ। ਵਰਸਾਇਆ ਦਾ ਅਰਥ ਹੁੰਦਾ ਵੀ ਜਿੱਥੇ ਕਿਤੇ ਚਰਨ ਪਾਏ, ਜੋ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਨੂੰ ਵਰਸਾਇਆ। ਜਿਵੇਂ ਆਪਾਂ ਕਹਿੰਦੇ ਕਿ ਧਰਤੀ ਗੁਰੂ ਦੀ ਵਰਸਾਈ ਹੋਈ, ਤੇ ਨਗਰ ਵਸਾਉਣ ਵਾਲਾ ਕਾਰਜ ਜਿਹੜਾ ਉਹ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ। ਉਹਨਾਂ ਦੇ ਹੁਕਮ ਅਨੁਸਾਰ ਬਾਬਾ ਗੁਰਦਿੱਤਾ ਜੀ ਹੋਣਾ ਨੇ ਇਹਦੀ ਮੋਹੜੀ ਗੱਡੀ ਔਰ ਇਹ ਨਗਰ ਵਸਿਆ ਤੇ ਉੱਥੇ ਹੀ ਉਹਨਾਂ ਨੇ ਟਿਕਾਣਾ ਕਰ ਲਿਆ। ਇੱਥੇ ਹੀ ਬਾਬਾ ਗੁਰਦਿੱਤਾ ਜੀ ਹੋਣਾ ਦੇ ਗ੍ਰਹਿ ਵਿਖੇ ਧੰਨ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਜੀ ਹੋਣਾ ਦਾ ਪ੍ਰਕਾਸ਼ ਹੁੰਦਾ ਹੈ ਔਰ ਇਸੇ ਹੀ ਧਰਤ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ 8ਵੇਂ ਗੁਰਦੇਵ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ। ਤੋ ਇਹ ਸਤਿਗੁਰੂ ਮਹਾਰਾਜ ਜੀ ਨੇ ਇਸ ਧਰਤ ਨੂੰ ਭਾਗ ਲਾਏ। 1630 ਦਾ ਪ੍ਰਕਾਸ਼ ਹੈ ਧੰਨ ਸ੍ਰੀ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਜੀ ਦਾ, ਤੇ 14 ਸਾਲ ਦੀ ਉਮਰਾ ਸੀ ਜਿੱਦਣ ਉਹ ਤਖਤ ਤੇ ਬੈਠੇ ਆ। 1644 ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖਤ ਦੀ ਦਾਤ ਦਿੱਤੀ। ਹੁਣ ਅੱਗੋਂ ਉਹਨਾਂ ਦੇ 2 ਸਪੁੱਤਰ ਹੈ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ। ਵੱਡੇ ਸਪੁੱਤਰ ਦਾ ਨਾਮ ਬਾਬਾ ਰਾਮ ਰਾਏ ਆ, ਉਹਨਾਂ ਦਾ ਜਨਮ 1650 'ਚ ਹੁੰਦਾ। ਛੋਟੇ ਸਪੁੱਤਰ ਦਾ ਨਾਮ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਹੈ, ਜਿਨ੍ਹਾਂ ਦਾ ਪ੍ਰਕਾਸ਼ 1656 ਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣਾ ਸਰੀਰਕ ਚੋਲਾ ਤਿਆਗਣਾ ਸੀ 1661 ਦੇ ਵਿੱਚ, ਉਸ ਵਕਤ ਸਤਿਗੁਰਾਂ ਨੇ ਗੁਰਤਾ ਗੱਦੀ ਦਾ ਫੈਸਲਾ ਕਰਨਾ। ਸੰਗਤਾਂ ਵੇਖਦੀਆਂ, ਬਾਬਾ ਰਾਮ ਰਾਏ ਵੀ ਬਾਣੀ ਪੜ੍ਹਦਾ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੀ ਸੇਵਾ ਕਰਦੇ। ਸੰਗਤ ਸੋਚਦੀ ਹੈ ਵੀ ਤਖਤ ਕਿਸ ਨੂੰ ਮਿਲੇਗਾ।
ਮਾਲਕ ਨੇ, ਚਾਹੇ ਉਹ ਬਾਣੀ ਪੜ੍ਹਨ ਵਾਲੀ ਘਟਨਾ ਨੂੰ ਅਸੀਂ ਵੇਖੀਏ ਕਿ 2 ਪੀੜਾ ਸਾਹਿਬ ਉਹਨਾਂ ਉੱਤੇ ਪੋਥੀ ਸਾਹਿਬ ਪ੍ਰਕਾਸ਼ ਕਰਕੇ ਬਾਬਾ ਰਾਮ ਰਾਏ ਬਾਣੀ ਪੜ੍ਹਦਾ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੀ। ਪਰ ਬਹਿਰੂਨੀ ਕਿਰਿਆ ਵੇਖਣ ਨੂੰ ਇੱਕੋ ਜਿਹੀ, ਆਮ ਮਨੁੱਖ ਵੇਖਦਾ ਤੇ ਇੱਕੋ ਜਿਹੀ ਲੱਗਦੀ ਹੈ, ਪਰ ਗੁਰੂ ਹਿਰਦੇ ਨੂੰ ਵੇਖਦਾ ਵੀ ਜੋ ਵੀ ਮਨੁੱਖ ਜਿਹੜਾ ਹੈ ਉਹ ਕੁਝ ਕਰ ਰਿਹਾ, ਉਹਦੇ ਪਿੱਛੇ ਉਹਦੀ ਭਾਵਨਾ ਕੀ ਹੈ, ਉਸ ਮਨੁੱਖ ਦੀ ਉਹਦੇ ਪਿੱਛੇ ਭਾਵਨਾ ਕੀ ਹੈ, ਉਹਦੇ ਪਿੱਛੇ ਉਹਦੀ ਨੀਅਤ ਕੀ ਹੈ। ਮਾਲਕ ਇਹਨਾਂ ਚੀਜ਼ਾਂ ਨੂੰ ਤੱਕਦਾ ਹੈ, ਵੇਖਦਾ ਹੈ। ਸਤਿਗੁਰੂ ਦਾਤੇ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਮਿਹਰਮਤ ਕੀਤੀ, ਰਹਿਮਤ ਕੀਤੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਗੁਰੂ ਹਰਿਰਾਏ ਸਾਹਿਬ ਜੀ ਨੇ ਸੰਗਤ ਦਾ ਜਿਹੜਾ ਸ਼ੱਕ ਕੱਢਣ ਵਾਸਤੇ ਦਿਖਾ ਦਿੱਤਾ ਵੀ ਬਾਣੀ ਦੇ ਨਾਲ ਅੰਦਰੋਂ ਜੀਵਨ ਕਿਹੜਾ ਭਿੱਜਿਆ ਹੋਇਆ ਤੇ ਬਾਹਰੀ ਤੌਰ ਤੇ ਕਿਹੜਾ ਜੀਵਨ ਹੈ। ਉੱਥੇ ਫਿਰ ਜਦੋਂ ਔਰੰਗਜ਼ੇਬ ਨੇ, ਕਿਉਂਕਿ ਸ਼ਿਕਾਇਤਾਂ ਬਾਦਸ਼ਾਹ ਦੇ ਕੋਲ ਗੁਰੂ ਘਰ ਦੀਆਂ, ਗੁਰੂ ਘਰ ਦੇ ਦੋਖੀ ਲੈ ਕੇ ਜਾਂਦੇ ਰਹਿੰਦੇ, ਤਾਂ ਜਵਾਬ ਤਲਬੀ ਵਾਸਤੇ ਦਿੱਲੀ ਬੁਲਾਇਆ ਤਾਂ ਮਹਾਰਾਜ ਨੇ ਆਪਣੇ ਸੁਪੁੱਤਰ ਬਾਬਾ ਰਾਮ ਰਾਏ ਨੂੰ ਭੇਜਿਆ। ਤੋ ਬਾਬਾ ਰਾਮ ਰਾਏ ਜੀ ਨੂੰ ਤੋਰਨ ਤੋਂ ਪਹਿਲਾਂ ਇੱਕ ਗੱਲ ਆਖੀ, ਨਾ ਭੈ ਵਿੱਚ ਆਉਣਾ ਹੈ, ਡਰ ਵਿੱਚ ਨਹੀਂ ਆਉਣਾ, ਨਾ ਲਾਲਚ ਵਿੱਚ ਆਉਣਾ ਹੈ, ਤੇ ਖੁਸ਼ਾਮਦੀ ਨਹੀਂ ਬਣਨਾ। ਗੁਰੂ ਘਰ ਨੂੰ ਸਮਰਪਿਤ ਰਹਿਣਾ, ਜੋ ਕਹੋਗੇ ਉਹੀ ਵਰਤੇਗਾ। ਗੁਰੂ ਨਾਨਕ ਸਾਹਿਬ ਤੁਹਾਡੇ ਤੇ ਕਿਰਪਾ ਕਰਨਗੇ। ਬਾਬਾ ਰਾਮ ਰਾਏ ਦਿੱਲੀ ਚਲਾ ਗਏ। ਜਾ ਕੇ ਉਹਨਾਂ ਨੇ ਉੱਥੇ ਨੇਕਾਂ ਤਰ੍ਹਾਂ ਦੀਆਂ ਕਰਾਮਾਤਾਂ, ਜਿਹਨੂੰ 72 ਜਿਹੜਾ ਹੈ ਉਹ ਤਾਂ ਗਿਣੀਆਂ ਗਈਆਂ ਨਾ ਵੀ ਆਹ ਕੁਝ ਕੀਤਾ। ਉਹਦੇ ਵਿੱਚ ਜਦੋਂ ਇਹ ਸਵਾਲ ਉੱਠਿਆ ਵੀ ਆਸਾ ਕੀ ਵਾਰ ਵਿੱਚ ਇਹ ਬਚਨ ਲਿਖਿਆ ਕਿ ਮਿੱਟੀ ਮੁਸਲਮਾਨ ਕੀ, ਪੀੜਾ ਪਈ ਘੁਮਿਆਰ, ਇਹਦੇ ਉੱਤੇ ਬਾਬਾ ਰਾਮ ਰਾਏ ਹੁਣ 2 ਚੀਜ਼ਾਂ ਵਿੱਚ ਫਸ ਗਿਆ। ਜਿੱਥੋਂ ਇੰਨੀਆਂ ਚੀਜ਼ਾਂ ਕਰਦਾ ਸੀ, ਜੇ ਉਹ ਬਾਣੀ ਨੂੰ ਸਹੀ ਰੂਪ ਵਿੱਚ ਦੱਸਦਾ ਤੇ ਬਾਦਸ਼ਾਹ ਨੂੰ ਸੋਝੀ ਆਉਂਦੀ, ਪਰ ਉਹਦੇ ਅੰਦਰ ਇੱਕ ਡਰ ਪੈਦਾ ਹੋ ਗਿਆ ਵੀ ਮੈਨੂੰ ਇੰਨੀਆਂ ਸਹੂਲਤਾਂ ਇਹ ਦੇ ਰਿਹਾ, ਰਹਿਣ ਸਹਿਣ ਦਾ, ਹੋਰ ਕਿੰਨਾ ਖਰਚਾ, ਕਿੰਨਾ ਕੁਝ, ਹਾਏ ਕਿਤੇ ਨਾਰਾਜ਼ ਨਾ ਹੋ ਜਾਏ। ਤੋ ਨਾਰਾਜ਼ ਨਾ ਹੋ ਜਾਏ, ਉਹਦੇ ਲਈ ਉਹਨੇ ਗੁਰੂ ਕੇ ਸ਼ਬਦ ਨੂੰ ਤਰੋੜ ਮਰੋੜ ਕੇ ਉਹਦੇ ਅਰਥ ਕਰ ਦਿੱਤੇ ਵੀ ਇਹ ਜੀ ਲਿਖਣ ਵਾਲੇ ਦੀ ਗਲਤੀ ਹੈ ਜੀ, ਉੱਥੇ ਤਾਂ ਮੁਸਲਮਾਨ ਨਹੀਂ ਬੇਈਮਾਨ ਲਿਖਿਆ, ਇਹ ਸ਼ਬਦ ਵਰਤੇ ਉਹਨੇ। ਹੁਣ ਇਹ ਜਿਹੜਾ ਲਾਲਚ ਆ ਜਾਂ ਡਰ ਆ, ਇਹ ਮਨੁੱਖ ਤੋਂ ਇਹੋ ਜਿਹੇ ਕਰਮ ਕਰਾਉਂਦਾ। ਅੱਜ ਵੀ ਸਾਨੂੰ ਇਹੋ ਜਿਹੇ ਜੀਅ ਮਿਲ ਜਾਂਦੇ ਆ ਕਿ ਗੁਰਬਾਣੀ ਦੀ ਪੰਕਤੀ ਨੂੰ ਕਿਸੇ ਮਨੁੱਖ ਤੇ ਟੁਕਾ ਕੇ ਇੰਨੇ ਕੁ ਖੁਸ਼ਾਮਦੀ ਹੋਣ ਦਾ ਯਤਨ ਕਰ ਰਹੇ ਆ ਵੀ ਹਾਂ ਉਹ ਮੇਰੇ ਤੇ ਖੁਸ਼ ਹੋ ਜਾਏ, ਮੇਰੇ ਤੇ ਪ੍ਰਸੰਨ ਹੋ ਜਾਏ। ਪਰ ਮਹਾਰਾਜ ਕਹਿੰਦੇ ਤੇਰੇ ਤੇ ਕੋਈ ਮਨੁੱਖ ਪ੍ਰਸੰਨ ਹੋ ਵੀ ਜਾਏਗਾ ਤੇ ਕੀ ਦੇ ਦੇਗਾ ਤੈਨੂੰ? ਵੱਧ ਤੋਂ ਵੱਧ ਕੋਈ 4 ਛਿੱਲੜ ਦੇ ਦੇਗਾ, ਐਸਾ ਕੁਝ ਹੈ। ਲੇਕਿਨ ਜੇ ਕਿਤੇ ਗੁਰੂ ਪ੍ਰਸੰਨ ਹੋ ਜਾਏ ਤੇਰੇ ਤੇ, ਤੇਰੀ ਜਨਮਾਂ ਜਨਮਾਂਤਰਾਂ ਦੀ ਦਲਿੱਦਰਤਾ, ਤੇਰਾ ਆਉਣਾ ਤੇ ਜਾਣਾ ਮਿਟਾਉਣ ਵਾਲਾ, ਤੈਨੂੰ ਸਭ ਤਰ੍ਹਾਂ ਦੀ ਖੁਸ਼ੀ ਦੇਣ ਵਾਲਾ। ਲੇਕਿਨ ਅਕਸਰ ਇਨਸਾਨ ਜਿਹੜਾ ਹੈ ਉਹ ਇਨਸਾਨ ਨੂੰ ਖੁਸ਼ ਕਰਨ ਵਾਲੇ ਪਾਸੇ ਤੁਰਿਆ, ਗੁਰੂ ਦੀ ਖੁਸ਼ੀ ਲੈਣ ਵਾਲੇ ਪਾਸੇ ਉਹਦਾ ਧਿਆਨ ਨਾ ਰਿਹਾ। ਬਾਬੇ ਰਾਮ ਰਾਏ ਨੇ ਵੀ ਉਹੀ ਕੀਤਾ। ਗੁਰੂ ਹਰਿਰਾਏ ਸਾਹਿਬ ਜੀ ਨੂੰ ਪਤਾ ਲੱਗਾ ਵੀ ਬਾਬਾ ਰਾਮ ਰਾਏ ਨੇ ਕਰਮ ਕੀਤਾ, ਮਹਾਰਾਜ ਦਾ ਨਾਲ ਹੀ ਹੁਕਮ ਸੀ, ਕਿਉਂਕਿ ਜਿਸ ਦਾਤੇ ਨੇ ਆਪੇ ਕਿਹਾ ਜਿਨ ਪੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਾਹੀਂ ਹਮਾਰਾ। ਜੋ ਸਿੱਖ ਗੁਰਬਾਣੀ ਭੈ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਉਹ ਬਿਨਾਂ ਪ੍ਰਯਾਸ ਤੋਂ ਭਵ ਸਾਗਰ ਤੋਂ ਤਰ ਜਾਏਗਾ, ਜੋ ਗੁਰੂ ਦੇ ਸ਼ਬਦ ਦਾ ਅਦਬ ਕਰੇਗਾ, ਆਪਣੇ ਕੋਲੋਂ ਉਹਦੇ ਵਿੱਚ ਵਾਧ ਘਾਟ ਵਾਲਾ ਕਰਮ ਨਹੀਂ ਕਰੇਗਾ। ਤੋ ਆਖ ਦਿੱਤਾ ਵੀ ਰਾਮ ਰਾਏ ਨੂੰ ਕਹਿ ਦਿਓ ਸਾਡੇ ਹੁਣ ਮੱਥੇ ਨਾ ਲੱਗੇ, ਜਿਹੜੇ ਪਾਸੇ ਦਾ ਮੂੰਹ ਉੱਧਰ ਹੀ ਚਲਾ ਜਾਏ, ਕਿਉਂਕਿ ਗੁਰੂ ਦੇ ਸ਼ਬਦ ਨੂੰ ਇਸ ਤਰ੍ਹਾਂ ਕਰਨ ਵਾਲਾ ਉਹ ਸਾਡਾ ਕੁਝ ਵੀ ਨਹੀਂ ਲੱਗਦਾ, ਭਾਵੇਂ ਆਪਣਾ ਪੁੱਤਰ ਹੀ ਕਿਉਂ ਨਾ ਹੋਵੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਪੁੱਤਰ ਲਈ ਇਹ ਹੈ ਕਿ ਇਹ ਸਾਡੇ ਮੱਥੇ ਨਹੀਂ ਲੱਗੇ, ਅਸੀਂ ਇਹਦੇ ਨਹੀਂ ਲੱਗਣਾ ਚਾਹੁੰਦੇ। ਜਿਹੜਾ ਇਹਦੇ ਨਾਲ ਤੁਰੂਗਾ ਜਾਂ ਇਹਦਾ ਸਹਿਯੋਗ ਕਰੂਗਾ, ਉਹਦਾ ਵੀ ਦਰਗਾਹ 'ਚ ਮੂੰਹ ਕਾਲਾ ਹੋਏਗਾ। ਹੁਣ ਦੂਸਰੇ ਪਾਸੇ ਸਪੁੱਤਰ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। 5 ਸਾਲ ਤੇ 3 ਮਹੀਨੇ
ਉਸ ਵਕਤ ਸਰੀਰਕ ਆਰਬਲਾ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ। ਤੇ ਸਤਿਗੁਰਾਂ ਨੇ ਐਲਾਨ ਕਰ ਦਿੱਤਾ ਵੀ ਸਾਡੇ ਤੋਂ ਬਾਅਦ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਹੋਣਗੇ। ਇਹਨਾਂ ਨੂੰ ਅਸੀਂ ਤਖਤ ਦੀ ਦਾਤ ਦਿੰਦੇ ਹਾਂ। ਤੋ ਸਤਿਗੁਰਾਂ ਨੇ ਆਪ ਆਪਣੇ ਹੱਥੀਂ ਆਪਣੇ ਛੋਟੇ ਸਪੁੱਤਰ 5.5 ਸਾਲ ਦੀ ਕੇਵਲ ਆਰਬਲਾ ਉਹਨਾਂ ਨੂੰ ਤਖਤ ਦੇ ਉੱਤੇ ਬਿਠਾਇਆ ਔਰ ਤਖਤ ਤੇ ਬਿਠਾ ਕੇ ਆਪ ਮੱਥਾ ਟੇਕਿਆ। ਜੋ ਗੁਰੂ ਘਰ ਦੀ ਮਰਿਆਦਾ ਸੀ, ਜੋਤ ਜਿਸ ਵਿੱਚ ਟਿਕ ਗਈ। ਬਾਬਾ ਬੁੱਢਾ ਜੀ ਹੁਣਾਂ ਦੇ ਪਰਿਵਾਰ ਵਿੱਚੋਂ ਇਹ ਸੇਵਾ ਨਿਭਾਈ ਗਈ। ਔਰ ਜਦੋਂ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਤਖਤ ਤੇ ਬੈਠੇ, ਗੁਰੂ ਹਰਿ ਸਾਹਿਬ ਜੀ ਨੇ ਸਰੀਰਕ ਚੋਲਾ ਤਿਆਗਿਆ। ਉਹਨਾਂ ਦੇ ਪਾਵਨ ਸਰੀਰ ਨੂੰ ਫਿਰ ਉੱਥੇ ਹੀ, ਜਿੱਥੇ ਅੱਜ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਤੁਸੀਂ ਦਰਸ਼ਨ ਕਰਦੇ ਹੋ, ਇੱਥੇ ਪਹਿਲਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਨੂੰ ਅਗਨ ਭੇਂਟ ਕੀਤਾ ਜਦੋਂ ਮਹਾਰਾਜ ਜੋਤੀ ਜੋਤ ਸਮਾਏ। ਉਸੇ ਹੀ ਥਾਂ ਤੇ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੀਰ ਨੂੰ ਅਗਨ ਭੇਂਟ ਕੀਤਾ ਗਿਆ। ਔਰ 10 ਪਾਤਸ਼ਾਹੀਆਂ ਦੇ ਵਿੱਚੋਂ ਕੇਵਲ ਤੇ ਕੇਵਲ ਇੱਕ ਗੁਰੂ ਹਰਿ ਪਾਤਸ਼ਾਹ ਮਹਾਰਾਜ ਜੀ ਨੇ, ਜਿਨ੍ਹਾਂ ਦਾ ਜਿਸ ਧਰਤ ਤੇ ਪ੍ਰਕਾਸ਼ ਹੋਇਆ ਉਸੇ ਹੀ ਧਰਤੀ ਤੇ ਉਹਨਾਂ ਨੇ ਜੋਤੀ ਜੋਤ ਵੀ ਸਮਾਉਣਾ ਕੀਤਾ। ਬਾਕੀ 9 ਪਾਤਸ਼ਾਹੀਆਂ ਉਹਨਾਂ ਦਾ ਪ੍ਰਕਾਸ਼ ਸਥਾਨ ਵੱਖਰਾ ਹੈ। ਉਹਦੇ ਤੋਂ ਬਾਅਦ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਸਥਾਨ ਜਿਹੜਾ ਉਹ ਕੋਈ ਦੂਸਰੀ ਥਾਂ ਹੈ। ਕੇਵਲ ਇੱਕ ਗੁਰੂ ਹਰਿ ਪਾਤਸ਼ਾਹ ਮਹਾਰਾਜ ਜੀ ਨੇ, ਜਿਨ੍ਹਾਂ ਨੇ ਪ੍ਰਕਾਸ਼ ਵੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਧਾਰਿਆ ਤੇ ਆਪਣਾ ਸਰੀਰਕ ਚੋਲਾ ਵੀ ਉਸੇ ਹੀ ਧਰਤੀ ਤੇ ਤਿਆਗਿਆ। ਤੋ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤਖਤ ਤੇ ਬੈਠੇ। ਤਖਤ ਤੇ ਬੈਠ ਕੇ ਉਹਨਾਂ ਨੇ ਕੌਮ ਦੀ, ਪੰਥ ਦੀ, ਸੰਸਾਰ ਦੀ, ਜਗਤ ਦੀ ਅਗਵਾਈ ਕੀਤੀ। ਤੇ ਜਦੋਂ ਉਹ ਦਾਤਾ ਦਿੱਲੀ ਦੀ ਧਰਤੀ ਤੇ ਪਹੁੰਚਦੇ ਆ, ਜਿਸ ਮਾਲਕ ਨੇ ਗੁੰਗਿਆਂ ਦੇ ਸਿਰ ਤੇ ਛੜੀ ਰੱਖੀ ਤੇ ਉਹਨਾਂ ਤੋਂ ਅਰਥ ਕਰਾ ਦਿੱਤੇ, ਉਹ ਸਤਿਗੁਰੂ ਮਹਾਰਾਜ ਦਿੱਲੀ ਦੀ ਧਰਤੀ ਤੇ ਪਹੁੰਚਦੇ ਆ। ਇੱਕ ਪਾਸੇ ਬਾਬਾ ਰਾਮ ਰਾਏ ਹੈ, ਜਿਹੜਾ ਚਾਹੁੰਦਾ ਵੀ ਜਿਵੇਂ ਕਿਵੇਂ ਹੋਵੇ ਮੇਰੀ ਔਰੰਗਜ਼ੇਬ ਨਾਲ ਬਣੀ ਰਵੇ, ਇਹਦਾ ਹੱਥ ਮੇਰੇ ਸਿਰ ਤੇ ਰਵੇ, ਮੈਨੂੰ ਆ ਕੁਝ ਦਿੰਦਾ ਕਰਦਾ ਰਵੇ। ਦੂਸਰੇ ਪਾਸੇ ਉਹ ਆਪ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਦੇ ਦੀਦਾਰਾਂ ਲਈ ਬੇਨਤੀ ਕਰਦਾ। ਮਹਾਰਾਜ ਮਨਾ ਕਰ ਦਿੰਦੇ, ਕਹਿੰਦੇ ਵੀ ਅਸੀਂ ਇਹਨੂੰ ਮਿਲ ਨਹੀਂ ਸਕਦੇ, ਅਸੀਂ ਇਹਨੂੰ ਦਰਸ਼ਨ ਨਹੀਂ ਦੇ ਸਕਦੇ। ਹੁਣ ਧਿਆਨ ਕਰਨਾ, ਔਰੰਗਜ਼ੇਬ ਦੇ ਨਾਲ ਗੁਰੂ ਸਾਹਿਬ ਦੀ ਕੋਈ ਜਾਤੀ ਦੁਸ਼ਮਣੀ ਨਹੀਂ, ਕੋਈ ਹੋਰ ਨਹੀਂ। ਕਾਰਨ ਕੀ ਹੈ ਕਿ ਉਹ ਤਖਤ ਤੇ ਬਹਿਣ ਤੋਂ ਪਹਿਲਾਂ ਜੋ ਜੋ ਜ਼ੁਲਮ ਉਹਨੇ ਕੀਤੇ ਹੈ, ਭਰਾਵਾਂ ਨੂੰ ਮਾਰ ਕੇ, ਪਿਓ ਨੂੰ ਮਾਰ ਕੇ, ਧੀ ਤੱਕ ਨੂੰ ਨਹੀਂ ਬਖਸ਼ਿਆ, ਉਹਦੇ ਹੱਥ ਖੂਨ ਨਾਲ ਰੰਗੇ ਹੋਏ ਆ। ਉਹਦੇ ਤਖਤ ਦੇ ਪਾਵਿਆਂ ਥੱਲੇ ਉਹਦੇ ਆਪਣਿਆਂ ਦੇ ਸਿਰ ਨੇ। ਬੜੇ ਬੜੇ ਫਕੀਰ, ਰੱਬ ਦੇ ਪਿਆਰੇ, ਜਿਨ੍ਹਾਂ ਦੇ ਉੱਤੇ ਉਹਨੇ ਜ਼ੁਲਮ ਢਾਇਆ। ਤੋ ਮਹਾਰਾਜ ਕਹਿੰਦੇ ਵੀ ਇਹੋ ਜਿਹਾ ਜ਼ੁਲਮੀ ਬੰਦਾ ਸਾਡੇ ਨਾਲ ਅੱਜ ਤੁਸੀਂ ਨਾ ਕਈ ਵਾਰੀ ਵੇਖੋ, ਕਈ ਵਾਰ ਕੋਈ ਬੰਦਾ ਰਾਜਨੀਤੀ ਵਿੱਚ ਕੋਈ ਗਲਤ ਕੰਮ ਕਰਦਾ ਪਕੜਿਆ ਜਾਵੇ, ਫੜਿਆ ਜਾਵੇ, ਪਹਿਲਾਂ ਨਹੀਂ ਉਹਦੀਆਂ ਫੋਟੋਆਂ ਇਸ ਤਰ੍ਹਾਂ ਵਾਇਰਲ ਹੁੰਦੀਆਂ ਜਾਂ ਉੱਤੇ ਗੱਲ ਬਹੁਤ ਘੱਟ ਹੁੰਦੀ ਹੈ। ਪਰ ਜਦੋਂ ਬੰਦਾ ਫੜਿਆ ਗਿਆ, ਫਿਰ ਉਹ ਕਹਿੰਦੇ ਜੀ ਵੇਖੋ ਇਹ ਫਲਾਣੇ ਦਾ ਚੇਲਾ ਜੇ, ਫਲਾਣੇ ਨੇ ਇਹਨੂੰ ਸਿਰਪਾ ਦਿੱਤਾ ਸੀ, ਆ ਵੇਖ ਲਓ ਇਹਨੇ ਕੀ ਕਰਤੂਤ ਕੀਤੀ ਹੈ। ਤੋ ਉਹ ਆਵਾਮ ਦੇ ਵਿੱਚ, ਰਿਆਇਆ ਵਿੱਚ, ਪਬਲਿਕ ਵਿੱਚ, ਪ੍ਰਜਾ ਵਿੱਚ ਗਲਤ ਮੈਸੇਜ ਆਉਂਦਾ। ਤੇ ਜਦੋਂ ਅਸੀਂ ਅਪਰਾਧ ਕਰਨ ਵਾਲਿਆਂ ਦੇ, ਗੁਨਾਹ ਕਰਨ ਵਾਲਿਆਂ ਦੀ ਪਿੱਠ ਤੇ ਖਲੋਨੇ ਆ, ਉਹਨਾਂ ਨੂੰ ਸਿਰਪਾਓ ਦੇ ਦਿੱਤਾ, ਉਹਨਾਂ ਨੂੰ ਥਾਪੜਾ ਦੇ ਦਿੱਤਾ, ਇਹਦਾ ਮਤਲਬ ਕਿ ਅਸੀਂ ਉਹਨਾਂ ਨੂੰ ਉਹ ਗੁਨਾਹ ਕਰਨ ਦੇ ਲਈ ਸ਼ਾਬਾਸ਼ ਦੇ ਰਹੇ ਹਾਂ। ਉਹਨਾਂ ਦਾ ਹੋਰ ਹੌਸਲਾ ਵਧੇਗਾ, ਉਹ ਹੋਰ ਇਹੋ ਜਿਹਾ ਕੰਮ ਕਰਨਗੇ। ਤਾਂ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਾ ਕਰ ਦਿੱਤੀ ਵੀ ਅਸੀਂ ਔਰੰਗਜ਼ੇਬ ਨੂੰ ਨਹੀਂ ਮਿਲ ਸਕਦੇ। ਪਰ ਉਹ ਜਿੱਦੀ ਸੀ, ਉਹ ਇਹ ਵੀ ਸੋਚਦਾ ਸੀ ਮੈਂ ਬਾਦਸ਼ਾਹ ਹਾਂ, ਮੇਰੇ ਸਾਹਮਣੇ ਕੌਣ ਅੜੇਗਾ, ਮੈਨੂੰ ਕਿਵੇਂ ਰੋਕ ਸਕਦੇ, ਮੈਂ ਧੱਕੇ ਨਾਲ ਜਾਵਾਂਗਾ। ਆ ਗਿਆ ਬੰਗਲਾ ਸਾਹਿਬ। ਇਹ ਰਾਜਾ ਮਿਰਜ਼ਾ ਜੈ ਸਿੰਘ ਦਾ ਨਿਵਾਸ ਸੀ, ਜਿੱਥੇ ਮਹਾਰਾਜ ਨੇ ਟਿਕਾਣਾ ਕੀਤਾ। ਸਤਿਗੁਰਾਂ ਨੂੰ ਪਤਾ ਲੱਗਾ ਔਰੰਗਜ਼ੇਬ ਆ ਰਿਹਾ, ਮਹਾਰਾਜ ਨੇ ਦਰਵਾਜ਼ਾ ਬੰਦ ਕਰਾ ਦਿੱਤਾ। ਸਾਹਿਬ ਕਹਿੰਦੇ ਵੀ ਇਹ ਅੰਦਰ ਨਹੀਂ ਆ ਸਕਦਾ, ਇਹਨੂੰ ਕਹਿ ਦਿਓ ਅਸੀਂ ਦਰਸ਼ਨ ਨਹੀਂ ਦੇਣੇ। ਅੱਧੀ ਘੜੀ ਦਾ ਸਮਾਂ ਉੱਥੇ ਲਿਖਿਆ
ਕਰੀਬਨ 24 ਤੋਂ 24.5 ਮਿੰਟ ਦੀ ਘੜੀ ਬਣਦੀ ਹੈ। 12 ਤੋਂ 13 ਮਿੰਟ ਦਾ ਸਮਾਂ ਏਡੀ ਸਲਤਨਤ ਦਾ ਬਾਦਸ਼ਾਹ ਬੰਗਲਾ ਸਾਹਿਬ, ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ, ਉਸ ਪਾਵਨ ਸਥਾਨ ਦੇ ਬਾਹਰ ਖਲੋ ਕੇ ਤਰਲੇ ਲੈਂਦਾ ਰਿਹਾ ਕਿ ਮਹਾਰਾਜ ਮੈਨੂੰ ਇੱਕ ਵਾਰ ਦੀਦਾਰ ਦੇ ਦਿਓ, ਮੈਨੂੰ ਇੱਕ ਵਾਰ ਦਰਸ਼ਨ ਦੇ ਦਿਓ, ਬੂਹਾ ਤਾਂ ਖੋਲ੍ਹ ਲਓ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਵਾਜ਼ਾ ਨਹੀਂ ਖੁਲਵਾਇਆ। ਔਰ ਇਹ ਮੈਸੇਜ ਸੀ ਆਵਾਮ ਦੇ ਵਿੱਚ, ਲੋਕਾਂ ਦੇ ਵਿੱਚ। ਜੇ ਔਰੰਗਜ਼ੇਬ ਮਿਲਣ ਗਿਆ ਸੀ, ਮਹਾਰਾਜ ਮਿਲੇ ਨਹੀਂ, ਕਿਉਂ ਨਹੀਂ ਮਿਲੇ? ਲੋਕਾਂ ਵਿੱਚ ਇਹ ਮੈਸੇਜ ਗਿਆ ਵੀ ਏਡਾ ਕੁ ਉਹ ਮਲੀਨ ਹੈ, ਏਡਾ ਕੁ ਜ਼ਾਲਮ ਹੈ, ਏਡਾ ਕੁ ਮਾੜਾ ਹੈ ਔਰੰਗਜ਼ੇਬ ਵੀ ਗੁਰੂ ਪਾਤਸ਼ਾਹ ਮਹਾਰਾਜ ਉਹਦੇ ਮੱਥੇ ਤੱਕ ਨਹੀਂ ਲੱਗਣਾ ਚਾਹੁੰਦੇ। ਇਹ ਲੋਕਾਂ ਦੇ ਵਿੱਚ ਇਸ ਚੀਜ਼ ਦਾ ਮੈਸੇਜ ਗਿਆ ਬਈ ਏਡਾ ਕੁ ਉਹ ਮੰਦਾ ਇਨਸਾਨ ਹੈ ਜਿਹਨੇ ਆਪਣੇ ਭਰਾਵਾਂ ਨੂੰ ਖਤਮ ਕੀਤਾ, ਪਿਓ ਨੂੰ ਖਤਮ ਕੀਤਾ ਤਖਤ ਵਾਸਤੇ, ਔਰ ਬੜੇ ਬੜੇ ਫਕੀਰ, ਇਬਾਦਤ ਵਾਲੇ, ਬੰਦਗੀ ਵਾਲੇ ਸਰੀਰ ਜਿਨ੍ਹਾਂ ਨੂੰ ਉਹਨੇ ਕਤਲ ਕਰਵਾ ਦਿੱਤਾ। ਇਹੋ ਜਿਹੇ ਕਰਮ ਉਹਨੇ ਕੀਤੇ ਹੈ। ਤੋ ਕਹਿੰਦੇ ਇਹ ਏਡਾ ਕੁ ਮਾੜਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਮੱਥੇ ਨਹੀਂ ਲੱਗਣਾ ਚਾਹੁੰਦੇ। ਇਹ ਸਾਨੂੰ ਵੀ ਉਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਜਿਨ੍ਹਾਂ ਨੂੰ ਕੋ ਪਰਮੇਸ਼ਰ ਨੇ ਪ੍ਰਭਤਾ ਦਿੱਤੀ ਹੈ, ਜਿਨ੍ਹਾਂ ਨੂੰ ਕੋ ਮਾਣ ਸਨਮਾਨ ਵਡਿਆਈ ਸੰਸਾਰ ਵਿੱਚ ਦਿੱਤੀ ਹੈ। ਅਸੀਂ ਕਿਸ ਮਨੁੱਖ ਦੀ ਕੰਡ ਤੇ ਖਲੋ ਰਹੇ ਹਾਂ, ਅਸੀਂ ਕਿਹਦੇ ਨਾਲ ਖਲੋ ਰਹੇ ਹਾਂ, ਇਹ ਸਾਨੂੰ ਜ਼ਰੂਰ ਸੋਚਣਾ ਚਾਹੀਦਾ। ਤੇ ਸਾਡਾ ਕਿਸ ਨਾਲ ਖਲੋਣਾ, ਆਵਾਮ ਦੇ ਵਿੱਚ, ਰਿਆਇਆ ਵਿੱਚ ਕਿਹੋ ਜਿਹਾ ਅਸੀਂ ਮੈਸੇਜ ਦੇ ਰਹੇ ਹਾਂ ਉਸ ਰਾਹੀਂ, ਇਹ ਸਾਨੂੰ ਜ਼ਰੂਰ ਸੋਚਣਾ ਚਾਹੀਦਾ। ਕਈ ਵਾਰੀ ਕਈ ਬੰਦਿਆਂ ਨੂੰ ਆਖੀਦਾ ਵੀ ਤੁਸੀਂ ਜੀ ਇਹ ਬੰਦੇ ਨੂੰ ਕਿਉਂ ਸਨਮਾਨ ਦਿੱਤਾ, ਕਿਉਂ ਮਾਣ ਦਿੱਤਾ? ਆਂਦੇ ਜੀ ਪਤਾ ਤਾਂ ਹੈ ਵੀ ਇਹ ਬਹੁਤ ਮਾੜਾ ਆ, ਕੰਮ ਇਹਦੇ ਚੰਗੇ ਨਹੀਂ, ਪਰ ਕੀ ਕਰੀਏ ਜੀ, ਮਜਬੂਰੀ ਆ, ਬਣਾ ਕੇ ਰੱਖਣੀ ਪੈਂਦੀ ਆ, ਉਹ ਹੈ, ਆਹ ਹੈ, ਇਹਨਾਂ ਚੀਜ਼ਾਂ ਵਿੱਚ ਪਏ। ਔਰ ਵੇਖੋ ਦਾਤੇ ਨੇ ਇੱਕ ਪੁੱਤਰ ਜਿਹੜਾ ਔਰੰਗਜ਼ੇਬ ਦੀ ਸਰਪ੍ਰਸਤੀ ਭਾਲਦਾ ਹੈ ਕਿ ਮੈਨੂੰ ਮਿਲੀ ਰਵੇ, ਕਿ ਮੈਨੂੰ ਬਾਦਸ਼ਾਹ ਆਪਣੇ ਕੋਲ ਰੱਖੇ, ਲੇਕਿਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਦੇ ਆ ਕੇ, ਕਿਉਂਕਿ ਉਹ ਗੁਰੂ ਦੇ ਵੱਲ ਨੇ, ਮੁੱਖ ਗੁਰੂ ਵੱਲ ਹੈ, ਜੋਤ ਅੰਦਰ ਟਿਕ ਗਈ, ਉਸ ਦਾਤੇ ਦੇ ਬਾਬਤ ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਇੱਕ ਪੁੱਤਰ ਜਿਹੜਾ ਬਾਦਸ਼ਾਹੀ ਸਰਪ੍ਰਸਤੀ ਲੱਭਦਾ, ਉਹਦੇ ਲਈ ਕਹਿ ਦਿੱਤਾ ਵੀ ਇਹ ਨਾ ਸਾਡੇ ਮੱਥੇ ਲੱਗੇ, ਨਾ ਅਸੀਂ ਇਹਦੇ ਲੱਗਣਾ ਚਾਹੁੰਦੇ। ਤੇ ਜਿਸ ਪੁੱਤਰ ਨੇ ਗੁਰੂ ਘਰ ਨੂੰ ਮਾਲਕ ਵਾਲੇ ਪਾਸੇ ਰਹੇ, ਉਹਨਾਂ 'ਚ ਜੋਤ ਟਿਕੀ, ਉਹਨਾਂ ਲਈ ਦਸਮ ਪਾਤਸ਼ਾਹ ਨੇ ਆਪ ਲਿਖ ਦਿੱਤਾ ਕਿ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਜਿਸ ਮਾਲਕ ਦਾ ਦੀਦਾਰ ਕਰਨ ਦੇ ਮਾਤਰ ਦੇ ਨਾਲ ਸਭੇ ਦੁੱਖ ਜਿਹੜੇ ਨੇ ਉਹ ਦੂਰ ਹੁੰਦੇ ਸਨ, ਹੁੰਦੇ ਨੇ, ਹੁੰਦੇ ਰਹਿਣਗੇ। ਕਿਉਂਕਿ ਗੁਰੂ ਦੀ ਬਖਸ਼ਿਸ਼ ਜਿਹੜੀ ਹੈ ਉਹ ਕਦੇ ਨਾ ਨਿਖੁੱਟਦੀ ਹੈ, ਨਾ ਮੁੱਕਦੀ ਹੈ, ਔਰ ਉਹ ਜ਼ਾਹਰਾ ਵਰਤਦੀ ਹੈ। ਸਾਡੇ ਅੰਦਰ ਉਹ ਭਰੋਸਾ, ਉਹ ਪ੍ਰਤੀਤ, ਉਹ ਵਿਸ਼ਵਾਸ ਆ ਜਾਏ। ਔਰ ਅਸੀਂ ਸਤਿਗੁਰਾਂ ਨੇ ਜੋ ਸਾਡੇ ਲਈ ਸੁਨੇਹੇ ਦਿੱਤੇ, ਤਖਤ ਤੇ ਬੈਠ ਕੇ ਕੁੜੀ ਮਾਰ ਦੇ ਨਾਲ ਨਹੀਂ ਵਰਤਣਾ, ਮਹਾਰਾਜ ਨੇ ਕਿਰਪਾ ਕੀਤੀ, ਹੁਕਮ ਕਰ ਦਿੱਤਾ, ਆਗਿਆ ਕਰ ਦਿੱਤੀ। ਕਿੱਡੀਆਂ ਮਰਿਆਦਾ ਮਹਾਰਾਜ ਨੇ ਬਣਾਈਆਂ। ਤੇ ਜੇ ਕਿਸੇ ਨੇ ਆਖਿਆ ਕੋਟ ਢਾ ਦਿਓ, ਸਾਹਿਬ ਕਹਿੰਦੇ ਤਾਂ ਹਟ ਜਾਏਗਾ, ਪਰ ਜਿਹੜਾ ਤੁਸੀਂ ਮਨੁੱਖਤਾ ਦੇ ਅੰਦਰ ਛੂਆ-ਛਾਤ ਦਾ ਕੋਡ, ਜਾਤੀਵਾਦ ਦਾ, ਤੇਰੀ ਜਾਤੀ ਨੀਵੀਂ, ਤੇਰੀ ਉੱਚੀ ਹੈ, ਤੂੰ ਫਲਾਣੇ ਵਰਨ ਦਾ, ਵਰਨ ਵੰਡ ਦਾ ਕੋਡ, ਕਹਿੰਦੇ ਇਹਨੂੰ ਤੋੜਨ ਦਾ ਯਤਨ ਕਰੋ। ਸਮਾਜ ਨੂੰ ਵੰਡੋ ਨਾ, ਇਹਨੂੰ ਇਕੱਤਰ ਕਰਕੇ ਇਹ ਸਮਾਜ ਦੇ ਭਲੇ ਵਾਸਤੇ ਸੋਚੋ। ਤੋ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ, ਜਿੱਥੇ 7ਵੇਂ ਗੁਰਦੇਵ ਜੀ ਜੋਤੀ ਜੋਤ ਸਮਾਉਂਦੇ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤਖਤ ਤੇ ਬੈਠਦੇ, ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ, ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।